आपको खबर दिखा रहे हैं मोहाली से, जहां आज मोहाली ब्रिक्स ऑनर एसोसिएशन द्वारा पत्रकारों को संबोधित कर दी जानकारी। एक कोयले के भाव के बढ़ते लगभग पूरे पंजाब के भट्टा मालिकों द्वारा 2 महीने भट्टे बंद करने का निर्णय लिया है, ताकि सरकार द्वारा कोयले के बढ़ते भाव को कम करवाया जा सके। आइए देखते हैं मोहाली से नीतीश कुमार की पूरी रिपोर्ट। मोहाली क्लब च इकट्ठे होए हैं। ਉਹਦਾ ਮੁੱਖ ਕਾਰਨ ਇਹ ਹੈ ਵੀ ਭੱਠਾ ਮਾਲਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਪਹਿਲਾਂ ਤੋਂ ਹੀ ਆ ਰਹੀਆਂ ਨੇ, ਪਰ ਇਹ 2-3 ਮਹੀਨੇ ਦੇ ਅੰਦਰ ਕੋਇਲੇ ਦੀ ਇਨਕਰੀਜ਼ ਇੰਨੀ ਜ਼ਿਆਦਾ ਹੋਈ ਹੈ ਵੀ ਜਿਹੜਾ ਕੋਇਲਾ 11,000 ਰੁਪਏ ਟਨ ਮਾਰਕੀਟ ਦੇ ਵਿੱਚ ਅਵੇਲੇਬਲ ਸੀ, ਜਿਹੜਾ ਅਸੀਂ ਪਿਛਲੇ ਸਾਲ 10,000 ਤੋਂ 11,000 ਤੱਕ ਲਿਆ ਹੈ, ਜਿਹੜਾ ਅੱਜ ਤੋਂ 3 ਮਹੀਨੇ ਜਾਂ 2 ਮਹੀਨੇ ਪਹਿਲਾਂ ਤੱਕ 11,000 ਰੁਪਏ ਟਨ ਕੋਲਾ ਮਿਲ ਰਿਹਾ ਸੀਗਾ, ਉਹਦੀ 3 ਮਹੀਨੇ ਦੇ ਵਿੱਚ ਬਿਨਾਂ ਕਿਸੇ ਕਾਰਨ 11,000 ਤੋਂ 22,000 ਰੁਪਏ ਤੱਕ ਇਨਕਰੀਜ਼ ਆ ਗਈ, ਜਿਹੜੀ ਕਿ ਆਲਮੋਸਟ ਡਬਲ ਰੇਟ ਹੈ। ਉਹ ਡਬਲ ਰੇਟ ਹੋਣ ਕਾਰਨ ਜਿਹੜੀਆਂ ਇੱਟਾਂ ਪਹਿਲਾਂ 5500 ਰੁਪਏ ਹਜ਼ਾਰ ਵਿਕ ਰਹੀਆਂ ਸੀਗੀਆਂ ਲੋਕਲ ਮੋਹਾਲੀ ਜ਼ਿਲ੍ਹੇ ਦੇ ਅੰਦਰ, ਉਹ ਤਕਰੀਬਨ 6000 ਤੋਂ 6500 ਰੁਪਏ ਤੱਕ ਪਹੁੰਚ ਗਈਆਂ ਨੇ। ਅਸੀਂ ਇਹ ਤੁਹਾਡੇ ਲੋਕਾਂ ਰਾਹੀਂ ਲੋਕਾਂ ਤੱਕ ਗੱਲ ਪਹੁੰਚਾਉਣੀ ਚਾਹੁੰਦੇ ਹਾਂ ਵੀ ਸਾਨੂੰ ਤਾਂ ਸਾਡੀ ਇਨਵੈਸਟਮੈਂਟ ਵੀ ਵਧੀ, ਸਾਡਾ ਨੁਕਸਾਨ ਵੀ ਵਧੇਗਾ। ਆਮ ਲੋਕਾਂ ਵਾਸਤੇ ਵੀ ਇਹ ਬਹੁਤ ਵੱਡਾ ਬੋਝ ਹੈ ਵੀ ਜਿਹੜੀ ਚੀਜ਼ 5500 ਰੁਪਏ ਮਿਲਦੀ ਸੀਗੀ, ਹੋ ਸਕਦਾ ਉਹ 7000 ਰੁਪਏ ਤੱਕ ਵੀ ਅਵੇਲੇਬਲ ਨਾ ਹੋਵੇ। ਸਾਡੇ ਕੋਲ ਪੁਰਾਣੇ ਸਟਾਕ ਥੋੜ੍ਹੇ ਬਹੁਤ ਭੱਠਿਆਂ 'ਤੇ ਪਏ ਨੇ, ਜਿਹੜੇ ਅਸੀਂ ਇਸ ਟਾਈਮ ਵੇਚ ਰਹੇ ਹਾਂ। ਹੁਣ ਸਾਡਾ 1/10 ਤੋਂ ਨਵਾਂ ਪ੍ਰੋਡਕਸ਼ਨ ਦਾ ਪੀਰੀਅਡ ਸਟਾਰਟ ਹੋ ਜਾਂਦਾ ਹੈ। 1/10 ਦੀ ਬਜਾਏ ਅਸੀਂ ਅੱਜ ਇਹ ਫੈਸਲਾ ਕੀਤਾ ਵੀ ਅਸੀਂ 1/12 ਤੱਕ 2 ਮਹੀਨੇ ਵਾਸਤੇ ਆਪਣੇ ਭੱਠੇ ਨਹੀਂ ਚਲਾਵਾਂਗੇ। 2 ਮਹੀਨੇ ਆਪਣੇ ਕੰਮਾਂ ਨੂੰ ਬੰਦ ਰੱਖ ਕੇ ਲੇਟ ਕੀਤਾ ਜਾਏਗਾ, ਕਿਉਂਕਿ ਕੋਲੇ ਦੇ ਹਾਲਾਤ 'ਤੇ ਸਰਕਾਰ ਤੱਕ ਗੱਲ ਪਹੁੰਚਾਈ ਗਈ ਹੈ ਵੀ ਸਰਕਾਰ ਕੋਈ ਨਾ ਕੋਈ ਇਹਦੇ 'ਤੇ ਕਾਰਵਾਈ ਕਰੇ, ਕੋਈ ਨਾ ਕੋਈ ਤਰੀਕੇ ਨਾਲ ਇਸ ਇੰਡਸਟਰੀ ਨੂੰ ਕੋਲਾ ਸਪਲਾਈ ਦੇਵੇ ਜਿਹੜਾ ਕਿ ਰਿਜ਼ਰਵ ਰੇਟ ਹੋਵੇ। ਇਹ ਨਹੀਂ ਹੈ ਕਿ ਜਦੋਂ ਮਰਜ਼ੀ ਅਸੀਂ ਅੱਜ ਭੱਠੇ ਨੂੰ ਫਾਇਰ ਕਰ ਲੈਂਦੇ ਹਾਂ, ਸਾਨੂੰ ਡੇਲੀ ਇੱਕ ਭੱਠੇ ਨੂੰ 5 ਟਨ ਕੋਲਾ ਚਾਹੀਦਾ ਹੁੰਦਾ, ਅਤੇ ਉਹ ਲੋਕ ਤਾਂ ਆਪਣੀ ਮਰਜ਼ੀ ਨਾਲ ਜਿੰਨਾ ਮਰਜ਼ੀ ਰੇਟ ਇਨਕਰੀਜ਼ ਕਰ ਦੇਣਗੇ, ਅਤੇ ਜੇ ਉਹ ਇਨਕਰੀਜ਼ ਕਰਨਗੇ ਅਸੀਂ ਵਿੱਚ ਜੇ ਕੰਮ ਬੰਦ ਕਰਦੇ ਹਾਂ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਇਸ ਕਰਕੇ ਜੀ ਸਾਰਿਆਂ ਨੇ ਸਹਿਮਤੀ ਨਾਲ ਇਹ ਫੈਸਲਾ ਲਿਆ ਵੀ 2 ਮਹੀਨੇ ਵਾਸਤੇ ਭੱਠੇ ਆਪਣੇ ਨਾ ਚਲਾਏ ਜਾਣ। ਜਿਹੜੇ ਕਿ ਅਸੀਂ ਸ਼ੁਰੂ ਕਰਨੇ ਸੀ ਉਹ 2 ਮਹੀਨੇ ਲੇਟ ਕਰਤੇ ਜਾਣ। 2 ਮਹੀਨੇ ਲੇਟ ਕਰਨ ਤੋਂ ਬਾਅਦ ਕੋਲੇ ਦੇ ਹਾਲਾਤ ਦੇਖ ਕੇ ਭੱਠੇ ਚਲਾਏ ਜਾਣਗੇ। ਹੋ ਸਕਦਾ ਉਸ ਤੋਂ ਅੱਗੇ ਵੀ ਤਾਰੀਖ ਵਧਾਉਣੀ ਪਵੇ। ਸੋ ਸਾਡੀ ਇਹ ਦੱਸਣਾ ਜ਼ਰੂਰੀ ਸੀ ਵੀ ਇੱਟਾਂ ਦੀ ਮਹਿੰਗਾਈ ਜਿਹੜੀ ਵੱਧ ਰਹੀ ਹੈ ਉਹਦਾ ਕਾਰਨ ਸਰਕਾਰਾਂ ਨੇ, ਉਹਦਾ ਕਾਰਨ ਇਹ ਕੋਲ ਸਪਲਾਈ ਕੋਲੇ ਦਾ ਰੇਟ ਹੈ ਜਿਹੜਾ ਕਿ ਠੀਕ ਨਾ ਹੋਣ ਕਰਕੇ ਇੱਟਾਂ ਦੇ ਰੇਟ ਇਨਕਰੀਜ਼ ਹੋਏ ਨੇ। ਸੋ ਇਹਦੇ ਇਹ 2 ਮਹੀਨੇ ਤੋਂ ਰੇਟ ਇਨਕਰੀਜ਼ ਹੋਣੇ ਸ਼ੁਰੂ ਹੋਏ ਨੇ, ਜਿਹੜੇ ਕਿ ਹਰ ਰੋਜ਼ ਹੀ 500-700 ਰੁਪਏ ਟਨ, 1000 ਰੁਪਏ ਟਨ ਐਡ ਹੋ ਕੇ ਰੇਟ ਸਾਡੇ ਕੋਲ ਪਹੁੰਚ ਰਹੇ ਨੇ, ਜਿਹੜਾ ਕਿ ਅਵੇਲੇਬਲ ਨਹੀਂ। ਅਜੇ ਅਸੀਂ ਕੋਲਾ ਮੰਗਵਾਉਣਾ ਬਹੁਤ ਘੱਟ ਸ਼ੁਰੂ ਕੀਤਾ ਸੀ, ਕਿਉਂਕਿ ਸਾਡਾ ਆਫ ਸੀਜ਼ਨ ਸੀ। ਅਸੀਂ ਸੀਜ਼ਨ ਦੇ ਨੇੜੇ ਸਟਾਰਟ ਕਰਨ ਦੇ ਟਾਈਮ 'ਤੇ ਕੋਲਾ ਮੰਗਵਾਉਂਦੇ ਹਾਂ। ਜਦੋਂ ਹੁਣ ਅਸੀਂ ਮੰਗਵਾਉਣਾ ਸ਼ੁਰੂ ਕਰਨਾ ਤਾਂ ਆਲਮੋਸਟ ਡਬਲ ਰੇਟ 'ਤੇ ਕੋਲਾ ਆ ਰਿਹਾ, ਔਰ ਮਾਰਕੀਟ ਦੇ ਵਿੱਚ ਉਸ ਚੀਜ਼ ਦੀ ਬੜੀ ਮੁਸ਼ਕਿਲ ਹੈ ਵੀ ਭੱਠਾ ਮਾਲਕਾਂ ਨੂੰ ਵੀ ਉਹ ਕੋਲਾ ਨਹੀਂ ਖਰੀਦਿਆ ਜਾ ਰਿਹਾ। ਨਹੀਂ, ਸਾਰੀਆਂ ਸਟੇਟਾਂ ਨੂੰ ਇਹ ਮੁਸ਼ਕਿਲ ਹੈ। ਕੋਲੇ ਦਾ ਰੇਟ ਤਾਂ ਦੇਖੋ ਆਲ ਇੰਡੀਆ ਲੈਵਲ 'ਤੇ ਹੀ ਵਧਿਆ। ਬੰਦ ਕਰਨ ਦੇ ਵਿੱਚ ਤਕਰੀਬਨ ਡਿਸਟ੍ਰਿਕਟ ਲੈਵਲ 'ਤੇ ਸਾਰਿਆਂ ਨੇ ਫੈਸਲੇ ਲਏ ਨੇ। ਕਾਫੀ ਸਾਰੇ ਜ਼ਿਲ੍ਹਿਆਂ ਨੇ ਇਹ ਫੈਸਲਾ ਕਰ ਲਿਆ ਵੀ 2 ਮਹੀਨੇ ਕੰਮ ਲੇਟ ਕਰਤੇ ਜਾਣ। ਇਹ ਪੰਜਾਬ ਵਾਲਿਆਂ ਦਾ ਵੀ ਤਕਰੀਬਨ ਸਾਰੇ ਜ਼ਿਲ੍ਹਿਆਂ ਦਾ ਫੈਸਲਾ ਹੋਇਆ। ਈਵਨ ਹਰਿਆਣੇ ਦੇ ਨਾਲ ਦੀ ਬੈਲਟ ਹੈ, ਸਾਡੇ ਕੁਝ ਮਾਲਕ ਭੱਠਾ ਮਾਲਕ ਬੈਠੇ ਨੇ ਜਿਹੜੇ ਹਰਿਆਣੇ 'ਚ ਵੀ ਨੇ, ਉਹਨਾਂ ਨੇ ਵੀ 2 ਮਹੀਨੇ ਵਾਸਤੇ ਆਪਣੇ ਕੰਮ ਲੇਟ ਕਰਤੇ ਨੇ। ਮੈਂ ਤਾਂ ਇਹੀ ਸਮਝਦਾ ਪ੍ਰਾਈਵੇਟ ਏਜੰਸੀਆਂ ਨੇ, ਕੋਈ ਸ਼ੱਕ ਨਹੀਂ ਅਦਾਨੀ ਬਾਨੀ ਦਾ ਹੀ ਕੰਟਰੋਲ ਹੈ ਇਸ ਵੇਲੇ ਕੋਲੇ ਦੇ ਉੱਪਰ ਵੀ। ਜਿਹੜਾ ਕੋਲਾ ਬਾਹਰੋਂ ਵੀ ਆ ਰਿਹਾ ਸੀਗਾ, USA ਤੋਂ ਕੋਲ ਆ ਰਿਹਾ ਸੀਗਾ, ਉਹ ਵੀ ਕੋਲਾ ਜਿਹੜਾ ਉਹਨਾਂ ਦੇ ਕੰਟਰੋਲ 'ਚ ਹੈ। ਈਵਨ ਪਿੱਛੇ ਕੋਲ ਇੰਡੀਆ ਨੇ ਕੋਲ ਬਲਾਕ ਸੇਲ ਕੀਤੇ ਨੇ, ਪ੍ਰਾਈਵੇਟ ਤੌਰ 'ਤੇ ਆਕਸ਼ਨ ਕੀਤੀ ਹੈ, ਉਹ ਵੀ ਉਹਨਾਂ ਲੋਕਾਂ ਕੋਲ ਹੀ ਨੇ। ਉਹ ਵੱਡੇ ਘਰਾਣਿਆਂ ਨੇ ਖਰੀਦਣੇ ਨੇ, ਛੋਟਾ ਘਰਾਣਾ ਤਾਂ ਕੋਈ ਕੋਲ ਕੌਲਰੀ ਖਰੀਦ ਨਹੀਂ ਸਕਦਾ। ਅਤੇ ਇਸ ਕਰਕੇ ਛੋਟੀ ਇੰਡਸਟਰੀ ਜਿਹੜੀ ਹੈ, ਜਿਵੇਂ ਸਾਡੀ ਇੰਡਸਟਰੀ ਹੈ, ਅਸੀਂ ਲੋਕ ਉਸ ਗੱਲ 'ਚ ਕਾਫੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੇ ਹਾਂ।
ਪ੍ਰਾਈਸ ਇਸ ਤਰ੍ਹਾਂ ਕਿੱਥੋਂ ਕਿੱਥੇ ਪਹੁੰਚੀ ਹੈ? ਇੱਟ ਦੀ ਪ੍ਰਾਈਸ 55 ਤੋਂ ਤਕਰੀਬਨ 1000 ਰੁਪਏ ਦੀ ਇਨਕਰੀਜ਼ ਹੈ। ਇਸ ਵੇਲੇ 6000 ਤੋਂ 6500 ਤੱਕ ਪਹੁੰਚ ਗਈ ਹੈ। ਅਜੇ ਸਾਡੇ ਲੋਕਾਂ ਦੇ ਵਿੱਚ ਇਹ ਗੱਲ ਹੈ ਵੀ ਉਹਨਾਂ ਕੋਲ ਪੁਰਾਣੀ ਪ੍ਰਾਈਸ ਦੇ ਕੋਲੇ ਦੀਆਂ ਇੱਟਾਂ ਪਈਆਂ ਨੇ, ਜਿਸ ਕਰਕੇ ਉਹ ਘੱਟ ਰੇਟ ਤੇ ਵੀ ਮਜਬੂਰੀ ਨਾਲ ਵੇਚਦੇ ਨੇ। ਪੁਰਾਣਾ ਮਾਲ ਪਿਆ ਜੀ। ਪੁਰਾਣਾ ਮਾਲ ਪਿਆ, ਲੇਕਿਨ ਜਿਸ ਤਰੀਕੇ ਨਾਲ ਨਵੀਂ ਇਨਕਰੀਜ਼ ਆ, ਸਾਡੀ 1500 ਰੁਪਏ ਦਾ ਇਨਕਰੀਜ਼ ਹੀ ਐਡ ਹੋ ਜਾਏਗੀ। ਕੀ ਕਹਿੰਦੇ ਹੋ ਸਰ, ਜਿੱਦਾਂ ਤੁਸੀਂ ਕਹਿ ਰਹੇ ਹੋ ਕਾਰਪੋਰੇਟ ਘਰਾਣੇ ਕੋਲ ਹੀ ਹੈਗੇ ਨੇ ਕੋਲ ਮਾਈਂਡਸ ਕੀ ਉਹ ਸਿੱਧੇ ਤੌਰ ਤੇ ਬਲੈਕਮੇਲਿੰਗ ਕਰ ਰਹੇ ਨੇ ਰੇਟ ਨੂੰ ਲੈ ਕੇ? ਬਿਲਕੁਲ ਬਲੈਕਮੇਲਿੰਗ ਵਾਲਾ ਹੀ ਕੰਮ ਹੋ ਰਿਹਾ ਹੈ। ਦਾ ਕੋਈ ਟੈਕਸ ਵਾਲਾ ਕਰਾਈ ਨਾ ਕੋਈ ਕਿਸੇ ਕਾਰਨ ਕੋਈ ਰੇਟ ਇਨਕਰੀਜ਼ ਨਹੀਂ ਆਇਆ ਵੀ ਜਿਹੜਾ ਕੋਲੇ ਦਾ ਰੇਟ ਵਧਾਉਣ ਦਾ ਕੋਈ ਕਾਰਨ ਤਾਂ ਹੋਵੇ ਨਾ ਜੀ। ਉਹੀ ਕੋਲਾ ਜਿਹੜਾ ਸ਼ਿਪ ਪਹਿਲਾਂ ਆਏ ਹੋਏ ਪਏ ਨੇ ਉਹਨਾਂ ਦੇ ਰੇਟ ਇਨਕਰੀਜ਼ ਕਰ ਦਿੱਤੇ ਗਏ ਨੇ। ਤੁਸੀਂ 2 ਮਹੀਨੇ ਬੰਦ ਕਰਨ ਦੀ ਗੱਲ ਕੀਤੀ ਹੈ ਜੀ, ਜਦੋਂ ਅਸੀਂ ਸ਼ੁਰੂ ਕਰਨ ਦੀ ਤੁਹਾਨੂੰ ਲੇਬਰ ਦੀ ਪ੍ਰੋਬਲਮ ਵੀ ਆ ਜਾਏਗੀ। ਲੇਬਰ ਦੀ ਪ੍ਰੋਬਲਮ ਤਾਂ ਹੈਗੀ ਹੈ, ਪਰ ਸਾਡੀ ਮਜਬੂਰੀ ਹੈ। ਜੇ ਅਸੀਂ ਅੱਜ ਭੱਠੇ ਸਟਾਰਟ ਕਰਦੇ ਹਾਂ ਤਾਂ ਕੋਲੇ ਦੀ ਪ੍ਰਾਈਸ ਨੂੰ ਹੋਰ ਅਪ ਕਰ ਦੇਣਗੇ, ਕਿਉਂਕਿ ਇਹਦੇ ਤੇ ਇਸ ਵੇਲੇ ਕੋਈ ਕੰਟਰੋਲ ਨਹੀਂ ਹੈ, ਕੋਈ ਸਟੇਬਿਲਿਟੀ ਨਹੀਂ ਹੈ। ਜਿਵੇਂ ਉਹ ਡੇਲੀ ਰੇਟ ਇਨਕਰੀਜ਼ ਹੋ ਰਿਹਾ, ਅੱਜ 1 ਮਹੀਨੇ ਤੋਂ ਪ੍ਰੈਸ ਦੇ ਵਿੱਚ ਸਾਡੀਆਂ ਨਿਊਜ਼ ਆ ਰਹੀਆਂ ਸਾਰੇ ਪੰਜਾਬ 'ਚ, ਹਰਿਆਣੇ 'ਚ, ਈਵਨ ਆਲ ਇੰਡੀਆ ਲੈਵਲ ਤੇ, ਲੇਕਿਨ ਉਹਦੇ ਤੇ ਕੋਈ ਕਿਸੇ ਤਰ੍ਹਾਂ ਦਾ ਹੱਲ ਨਹੀਂ ਹੋ ਸਕਿਆ। ਹੁਣ ਤੱਕ ਗਵਰਨਮੈਂਟ ਵੱਲੋਂ ਕੋਈ ਐਫਰਟਸ ਨਹੀਂ। ਜ਼ਿਲ੍ਹੇ 'ਚ ਤਕਰੀਬਨ 100 ਭੱਠਾ ਹੈ। ਮੋਹਾਲੀ ਜ਼ਿਲ੍ਹੇ ਦਾ ਤਕਰੀਬਨ 100 ਭੱਠਾ ਹੈ। ਪੰਜਾਬ ਟੋਟਲ ਸਟੇਟ ਦਾ ਤਕਰੀਬਨ 2500 ਭੱਠਾ ਹੈ, ਔਰ ਇੱਕ ਤਕਰੀਬਨ 2500 ਦਾ 2500 ਭੱਠਾ ਆਪਣੇ ਆਪਣੇ ਡਿਸਟ੍ਰਿਕਟ ਲੈਵਲ ਤੇ ਸਟਾਕਾਂ ਦੇ ਮੁਤਾਬਕ ਭੱਠੇ ਲੇਟ ਕਰ ਰਿਹਾ। ਡਾਇਰੈਕਟ 200-300 ਬੰਦਾ ਹੁੰਦਾ ਜੀ, ਇਨਡਾਇਰੈਕਟ ਤਾਂ ਬਹੁਤ ਵੱਡੀ ਗਿਣਤੀ ਹੋ ਜਾਂਦੀ ਹੈ। ਸਾਡੇ ਨਾਲ ਟਰਾਂਸਪੋਰਟਰ ਜੁੜਿਆ ਹੁੰਦਾ, ਬਾਕੀ ਲੇਬਰ ਮਿਸਤਰੀ ਮਜ਼ਦੂਰ ਜੁੜੇ ਹੁੰਦੇ ਨੇ, ਉਸ ਹਿਸਾਬ ਨਾਲ ਤਾਂ ਬਹੁਤ ਵੱਡੀ ਜਨਤਾ ਬਣ ਜਾਂਦੀ ਹੈ। ਸਰਕਾਰ ਨੂੰ ਟੈਕਸ ਤਾਂ 2 ਮਹੀਨੇ ਦਾ ਜਿਹੜਾ ਹੈਗਾ ਉਹ ਦੇਖੋ, ਕੋਈ ਸ਼ੱਕ ਨਹੀਂ ਬ੍ਰਿਕਸ ਦੇ ਉੱਤੇ 5% GST ਹੈ। ਕੋਈ ਮੈਂ ਸਮਝਦਾ ਸ਼ਾਇਦ ਸਰਕਾਰ ਵਾਸਤੇ ਕੋਈ ਬਹੁਤ ਹੀ ਵੱਡਾ ਫਰਕ ਨਾ ਲੱਗੇ ਉਹਨਾਂ ਨੂੰ, ਪਰ ਜਿਹੜਾ ਕੋਲ ਪ੍ਰਾਈਸ ਦਾ ਕਾਰਨ ਹੈ ਉਹਦੇ ਤੇ ਕੰਟਰੋਲ ਹੋਣਾ ਆਮ ਗਰੀਬ ਜਨਤਾ ਵਾਸਤੇ ਬਹੁਤ ਜ਼ਰੂਰੀ ਹੈ। ਫਿਰ ਜੋ ਵੀ ਸਾਡੀ ਆਲ ਇੰਡੀਆ ਐਸੋਸੀਏਸ਼ਨ ਫੈਸਲਾ ਕਰੇਗੀ ਅਸੀਂ ਉਹ ਸਰਕਾਰ ਤੱਕ ਪਹੁੰਚਾਵਾਂਗੇ। ਇੰਡੀਆ ਦੀ ਜਿਹੜੀ ਸਟੇਟ ਹੈਗੀ ਨੇ ਜਿਹੜੀ ਕੋਲਾ ਪ੍ਰੋਡਿਊਸ ਕਰਦੀਆਂ ਨੇ ਉਹ ਮਤਲਬ ਸਾਰੇ ਦੇਸ਼ ਦੀ ਜ਼ਰੂਰਤ ਪੂਰੀ ਕਰ ਪਾਉਂਦੀਆਂ ਨੇ ਕਿ ਬਾਹਰੋਂ ਕੋਲ ਵੀ ਹੈ? ਨਹੀਂ, ਬਾਹਰੋਂ ਕੋਲਾ ਆਉਂਦਾ ਹੈ ਕਾਫੀ, ਕਈ ਸਾਲਾਂ ਤੋਂ ਬਾਹਰੋਂ ਕੋਲਾ ਆਉਣਾ ਸ਼ੁਰੂ ਹੋਇਆ ਹੈ। ਜਦੋਂ ਤੋਂ ਬਾਹਰੋਂ ਕੋਲਾ ਆਉਣਾ ਸ਼ੁਰੂ ਹੋਇਆ, ਆਪਣੀ ਹਿੰਦੁਸਤਾਨ ਦੀ ਸਰਕਾਰ ਨੇ ਕੋਲੇ ਦੀ ਜਿਹੜੀ ਮਾਈਨਿੰਗ ਸੀਗੀ ਉਹਨੂੰ ਘਟਾਇਆ ਹੋਇਆ ਸੀਗਾ, ਲੇਕਿਨ ਅੱਜ ਹਾਲਾਤ ਇਹ ਪੈਦਾ ਹੋ ਰਹੇ ਨੇ ਵੀ ਇਹਨਾਂ ਨੂੰ ਦੁਬਾਰਾ ਆਪਣੀਆਂ ਮਾਈਨਸ ਜਿਹੜੀਆਂ ਨੇ ਉਹ ਠੀਕ ਢੰਗ ਨਾਲ ਆਪਰੇਟ ਕਰਨੀਆਂ ਪੈਣਗੀਆਂ ਤਾਂ ਜੋ ਡਿਮਾਂਡ ਪੂਰੀ ਹੋ ਸਕੇ, ਕੋਈ ਮੋਨੋਪਲੀ ਨਾ ਬਣਾ ਸਕੇ। ਪ੍ਰੋਡਕਸ਼ਨ ਦੇ ਕਈ ਕਾਰਨ ਨੇ। ਹੁਣ ਅੱਜ ਜਿਵੇਂ ਹੁਣੇ ਦੀ ਨਿਊਜ਼ ਆਇਆ ਸੀ, ਅੱਜ ਮੀਟਿੰਗ ਤੇ ਇਕੱਠੇ ਹੋਏ ਤਾਂ ਅਸੀਂ ਪਤਾ ਕੀਤਾ ਵੀ ਕੁਝ ਬਲਾਕ ਜਿਹੜੇ ਨੇ ਉਹ ਕੋਲੇ ਦੇ ਖੁੱਲ੍ਹੇ ਨੇ ਗਵਰਨਮੈਂਟ ਦੇ, ਜਿਹੜੇ ਇੰਡੀਆ ਗਵਰਨਮੈਂਟ ਦੇ ਨੇ, ਉੱਥੇ ਅੱਜ ਇੰਨਾ ਹਕੜਮ ਮਚਿਆ ਹੋਇਆ ਵੀ ਇੰਨਾ ਜ਼ਿਆਦਾ ਰਸ਼ ਹੈ ਵੀ ਕੋਲ ਘੱਟ ਹੈ ਤੇ ਅਵੇਲੇਬਿਲਿਟੀ ਨਹੀਂ ਹੈ ਕੋਲੇ ਦੀ, ਡਿਮਾਂਡ ਜ਼ਿਆਦਾ ਹੈ, ਕਿਉਂਕਿ ਬਾਹਰੋਂ ਕੋਲਾ ਮਹਿੰਗਾ ਹੋ ਗਿਆ ਤੇ ਉਹਦੇ ਨਾਲ ਲੋਕਲ ਵੀ ਉਹਨਾਂ ਨੇ ਕੋਲੇ ਦੀ ਜਿਹੜੀ ਹੈ ਸ਼ਾਰਟੇਜ ਮਹਿਸੂਸ ਹੋ ਰਹੀ ਹੈ। ਈਵਨ ਅੱਜ 2-3 ਪ੍ਰੈਸਾਂ ਦੀ ਨਿਊਜ਼ ਹੈ ਵੀ ਥਰਮਲ ਵਾਲਿਆਂ ਕੋਲ ਵੀ ਕੋਲਾ ਪੰਜਾਬ 'ਚ ਕੁਝ ਦਿਨਾਂ ਦਾ ਰਹਿ ਗਿਆ। ਜੇ ਥਰਮਲ ਦਾ ਇਹ ਹਾਲ ਹੈ, ਕੋਲੇ ਦੀ ਸਪਲਾਈ ਨਹੀਂ ਹੈ, ਤੇ ਸਾਡੀ ਯੂਨੀਵਰਸਿਟੀ ਵਾਸਤੇ ਕੌਣ ਧਿਆਨ ਦੇਵੇਗਾ? ਨਹੀਂ, ਅਜੇ ਸੇਲ ਬੰਦ ਕਰਨ ਦਾ ਫੈਸਲਾ ਨਹੀਂ ਹੈ, ਲੇਕਿਨ ਸਾਡੇ ਭੱਠਾ ਮਾਲਕਾਂ ਨੇ, ਲੁਧਿਆਣੇ ਵਾਲਿਆਂ ਨੇ, ਸੰਗਰੂਰ ਵਾਲਿਆਂ ਨੇ 3-3 ਦਿਨ ਦੀ ਹੁਣ ਸਟ੍ਰਾਈਕ ਕੀਤੀ ਸੀ ਵੀ ਅਸੀਂ 3 ਦਿਨ ਵਾਸਤੇ ਸੇਲ ਨਹੀਂ ਕਰਾਂਗੇ। ਆ ਤਕਰੀਬਨ ਉਹਨਾਂ ਨੇ 3 ਦਿਨ ਸੇਲ ਬੰਦ ਰੱਖੀ ਹੈ। ਸਾਡਾ ਮਕਸਦ ਇਹ ਨਹੀਂ ਹੈ ਵੀ ਅਸੀਂ ਸਟ੍ਰਾਈਕ ਕਰਕੇ ਕੋਈ ਨੁਕਸਾਨ ਕਰੀਏ, ਆਮ ਜਨਤਾ ਨੂੰ ਪਰੇਸ਼ਾਨੀ ਹੋਵੇ। ਸਾਡੀ ਤਾਂ ਸਿਰਫ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦਾ ਇੱਕ ਤਰੀਕਾ ਸੀ ਵੀ ਸਰਕਾਰ ਨੂੰ ਇਹ ਪਤਾ ਲੱਗੇ ਵੀ ਇਹਦੇ ਨਾਲ ਕਾਫੀ ਇੰਡਸਟਰੀ ਪ੍ਰਭਾਵਿਤ ਹੋ ਰਹੀ ਹੈ। ਸਾਰਾ ਕੰਮ ਜਿਹੜਾ ਹੈਗਾ ਸੈਂਟਰ ਤੋਂ ਚੱਲ ਰਿਹਾ, ਸਟੇਟ ਗਵਰਨਮੈਂਟ ਕਰ ਸਕਦੀ ਹੈ ਕੁਝ ਇਸ ਨੂੰ? ਸਟੇਟ ਗਵਰਨਮੈਂਟ ਕਮ ਸੇ ਕਮ ਇਸ ਮੈਟਰ ਨੂੰ ਉੱਥੇ ਤੱਕ ਪਹੁੰਚਾਏ ਤਾਂ ਸਹੀ ਨਾ ਜੀ। ਸਟੇਟ ਗਵਰਨਮੈਂਟ ਨੇ ਹੁਣ ਤੱਕ ਸਾਨੂੰ ਕੋਈ ਮੀਟਿੰਗ ਨਹੀਂ ਬੁਲਾਈ, ਜਦ ਕਿ ਸਟੇਟ ਗਵਰਨਮੈਂਟ ਨੂੰ ਐਫਰਟਸ ਕਰਨੀਆਂ ਚਾਹੀਦੀਆਂ ਵੀ ਜੇ ਸਟੇਟ ਦੇ ਵਿੱਚ ਅਸੀਂ ਪ੍ਰਭਾਵਿਤ ਹੋ ਰਹੇ ਹਾਂ, ਸੈਂਟਰ ਤੱਕ ਗੱਲ ਤਾਂ ਪਹੁੰਚਾਉਣੀ ਚਾਹੀਦੀ ਹੈ। ਬਿਲਕੁਲ ਅਸੀਂ ਪਹੁੰਚਾ ਰਹੇ ਹਾਂ ਜੀ, ਆਪਣੀ ਗੱਲ ਉਹਨਾਂ ਨੂੰ ਰਿਟਨ 'ਚ ਵੀ ਪਹੁੰਚਾ ਚੁੱਕੇ ਹਾਂ ਆਪਣੀ ਪੰਜਾਬ ਐਸੋਸੀਏਸ਼ਨ। ਉਹ ਅਲੱਗ-ਅਲੱਗ ਕੈਪੈਸਿਟੀ ਹੁੰਦੀ ਹੈ, ਅਰਾਊਂਡ ਰਫ 30-40 ਲੱਖ ਰੁਪਏ ਤੋਂ ਲੈ ਕੇ ਕਰੋੜ
ਇੱਟ ਤੱਕ ਵੀ ਜਾਂਦੀ ਹੈ 30 ਹਾਂਜੀ ਪ੍ਰੋਡਕਸ਼ਨ ਤਕਰੀਬਨ 30-40 ਲੱਖ ਇੱਟ ਤੋਂ ਲੈ ਕੇ ਕਰੋੜ ਇੱਟ ਤੱਕ ਵੀ ਹੁੰਦੀ ਹੈ ਨਾ ਈਅਰਲੀ ਪਰ ਡੇ 25,000 ਤੋਂ ਲੈ ਕੇ 50,000 ਤੱਕ ਇੱਕ ਨਿਕਲਣ ਦੀ ਹੁੰਦੀ ਹੈ